ਹੁਣ ਜਿਹੜਾ ਆਪਾਂ ਇਸ ਤੋਂ ਬਾਅਦ ਜਿਹੜੇ ਕੰਮ ਕਰਨ ਵਾਲੇ ਨੇ ਉਹਦੇ ਮੁਤਾਬਕ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਕਿਉਂਕਿ ਜੇ ਨਵੰਬਰ ਅੱਧ ਦੀ ਬੀਜੀ ਹੋਈ ਆ, ਹੁਣ ਤਕਰੀਬਨ ਫਸਲ ਹੋ ਗਈ 70-75 ਦਿਨਾਂ ਦੀ। ਜੇ ਅੱਧ ਨਵੰਬਰ ਦੀ ਕਿਸੇ ਦੀ ਬੀਜੀ ਹੋਈ ਆ ਫਸਲ, ਤੇ ਚਲੋ ਜੇ ਕਿਸੇ ਨੇ ਨਵੰਬਰ ਐਂਡ 'ਚ ਬੀਜੀ ਹੈ ਜਾਂ ਦਸੰਬਰ ਸ਼ੁਰੂ ਦੇ ਵਿੱਚ ਬੀਜੀ ਹੈ ਤਾਂ ਉਹਦੀ ਵੀ ਤਕਰੀਬਨ 60 ਕੁ ਦਿਨਾਂ ਦੇ ਆਸ-ਪਾਸ ਦੀ ਫਸਲ ਹੋਊਗੀ। ਹੁਣ ਇਸ ਟਾਈਮ ਦੇ ਉੱਤੇ ਇੱਕ ਤਾਂ ਜੇ ਯੂਰੀਆ ਦੀ ਡੋਜ਼ ਕਿਸੇ ਦੀ ਪੈਂਡਿੰਗ ਪਈ ਹੈ, ਜਿਹੜੀ ਅਸੀਂ 2 ਗੱਟੇ ਯੂਰੀਆ ਕਹਿੰਦੇ ਹਾਂ ਕਿੱਲੇ ਦੇ ਪਾਣ ਨੂੰ, ਸੋ 2 ਗੱਟੇ ਜਿਹੜੇ, ਇੱਕ ਗੱਟਾ ਪਹਿਲੇ ਪਾਣੀ 'ਤੇ ਇੱਕ ਗੱਟਾ ਦੂਜੇ ਪਾਣੀ ਦੇ ਉੱਤੇ, ਸੋ ਉਹ ਜਿਹੜੀ ਆ ਉਹ 60 ਦਿਨ ਤੱਕ ਜਾਂ ਵੱਧ ਤੋਂ ਵੱਧ 65 ਦਿਨਾਂ ਤੱਕ ਆਪਾਂ ਨੂੰ ਕੰਪਲੀਟ ਕਰ ਦੇਣੀ ਚਾਹੀਦੀ ਆ। ਉਸ ਤੋਂ ਬਾਅਦ ਯੂਰੀਆ ਵਾਲੀ ਇਹਨੂੰ ਪਾਉਣੀ ਨਹੀਂ ਚਾਹੀਦੀ। ਦੂਸਰੀ ਜਿਹੜੀ ਚੀਜ਼ ਹੈਗੀ ਆ ਉਹ ਇਹ ਕਿ ਜਿਨ੍ਹਾਂ ਦੇ ਹਲੇ ਫਸਲ ਹੈਗੀ ਹੈ ਕੋਈ 50-55 ਦਿਨ ਦੇ ਗੇੜ ਦੇ ਵਿੱਚ ਹੈ, ਜੇ ਲੇਟ ਬੀਜੀ ਹੋਈ ਫਸਲ ਹੈ, ਸੋ ਉੱਥੇ ਹਰਬੀਸਾਈਡ ਜਾਂ ਕੋਈ ਨਦੀਨਨਾਸ਼ਕ ਸਪਰੇਅ ਜਿਹਦਾ ਪੈਂਡਿੰਗ ਹੈ, ਸੋ ਨਦੀਨਨਾਸ਼ਕ ਦਾ ਉਹੀ ਸਹੀ ਟਾਈਮ ਹੈ ਬਸ। ਜੇ ਆਪਾਂ ਇਸ ਤੋਂ ਬਾਅਦ, ਕਿਉਂਕਿ ਕਈ ਵਾਰੀ ਮੈਨੂੰ ਫੋਨ ਆਉਂਦੇ ਰਹਿੰਦੇ ਨੇ ਆਪਣੇ ਜ਼ਿਲ੍ਹੇ ਦੇ ਵਿੱਚ 60, 65, 70 ਦਿਨ ਕੀ 75 ਦਿਨਾਂ ਤੱਕ ਵੀ ਨਦੀਨਨਾਸ਼ਕਾਂ ਦੀ ਸਪਰੇਅ ਚੱਲਦੀ ਰਹਿੰਦੀ ਹੈ। ਹਾਂਜੀ ਹਾਂਜੀ, ਸੋ ਉਹ ਜਿਹੜੀ ਹੈ ਨਾ, ਉਹ ਜਿਹੜੀ ਲੇਟ ਵਾਲੀ ਸਪਰੇਅ ਹੈ ਉਹ ਆਪਣਾ ਖਰਚਾ ਵੀ ਕਰਾ ਜਾਂਦੀ ਹੈ ਅਤੇ ਅਸਰ ਵੀ ਪੂਰਾ ਨਹੀਂ ਦਿਖਾਉਂਦੀ। ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਅਗਲੇ ਸਾਲਾਂ ਵਾਸਤੇ ਵੀ ਕਿ ਜੇ ਤਾਂ ਆਪਾਂ ਨਦੀਨਨਾਸ਼ਕ ਦੀ ਸਪਰੇਅ ਕਰਨੀ ਹੈ, ਆਪਾਂ ਨੂੰ ਪਤਾ ਹੁੰਦਾ ਖੇਤ ਦੇ ਵਿੱਚ ਆਪਣੇ ਗੁੱਲੀ ਡੰਡਾ ਜ਼ਿਆਦਾ ਹੁੰਦਾ ਹੈ ਜਾਂ ਕਿਹੜਾ ਨਦੀਨ ਜ਼ਿਆਦਾ ਹੁੰਦਾ ਹੈ, ਬਾਥੂ ਜ਼ਿਆਦਾ ਹੁੰਦਾ ਕਿ ਪਾਲਕ ਜ਼ਿਆਦਾ ਹੈ, ਉਸ ਹਿਸਾਬ ਨਾਲ ਜਿਹੜੀ ਹਰਬੀਸਾਈਡ ਦੀ ਚੋਣ ਕਰਨੀ ਹੈ। ਦੂਸਰੀ ਜਿਹੜੀ ਹੈ ਨਦੀਨਨਾਸ਼ਕ ਦਾ ਸਪਰੇਅ ਸਹੀ ਕਰਨ ਦਾ ਟਾਈਮ, ਜੇ ਆਪਾਂ ਅਗੇਤੀ ਬੀਜੀ ਫਸਲ ਹੈ ਤਾਂ 45 ਦਿਨ ਹੱਦ ਹੈ ਲਾਸਟ, ਅਤੇ ਜੇ ਪਛੇਤੀ ਬੀਜੀ ਹੈ ਤਾਂ 55 ਦਿਨ ਬਸ। ਸੋ ਇਸ ਟਾਈਮ ਤੱਕ ਜੇ ਆਪਾਂ ਸਪਰੇਅ ਕਰ ਲੈਂਦੇ ਹਾਂ ਤਾਂ ਆਪਾਂ ਨੂੰ ਜਿਹੜਾ ਨਦੀਨਾਂ ਵਾਸਤੇ ਜਿਹੜਾ ਆਪਾਂ ਖਰਚਾ ਕਰਦੇ ਪਏ ਹਾਂ ਉਹਦਾ ਆਪਾਂ ਨੂੰ ਸਹੀ ਮੁੱਲ ਮਿਲਦਾ। ਹੁਣ ਇਹਦੇ ਵਿੱਚ ਕਾਰਨ ਕੀ ਨੇ, ਲੇਟ ਕਰਦੇ ਆ ਜਾਂ ਅਗੇਤੀ ਕਰਦੇ ਆ, ਉਹਦੇ 'ਚ ਫਰਕ ਕੀ ਰਹਿ ਜਾਂਦਾ? ਜ਼ਿਆਦਾਤਰ ਜਿੰਨੀਆਂ ਨਦੀਨਨਾਸ਼ਕ ਦਵਾਈਆਂ, ਕੁਛ ਛੱਡ ਕੇ ਜ਼ਿਆਦਾਤਰ ਨਦੀਨਨਾਸ਼ਕ ਦਵਾਈਆਂ 2 ਤਰ੍ਹਾਂ ਦੇ ਨਾਲ ਐਕਸ਼ਨ ਕਰਦੀਆਂ। ਇੱਕ ਮਿੱਟੀ ਦੇ ਥਰੂ ਵੀ ਕਰਦੀਆਂ, ਇੱਕ ਉੱਪਰ ਪੱਤਿਆਂ ਦੇ ਥਰੂ ਵੀ ਕਰਦੀਆਂ। ਹੁਣ ਆਮ ਤੌਰ 'ਤੇ ਜਿਹੜੀ ਕਣਕ ਹੈ ਉਹ ਬੂਝਾ ਮਾਰ ਲੈਂਦੀ ਹੈ 45, 50, 55 ਦਿਨ ਤੱਕ ਬੂਝਾ ਮਾਰ ਕੇ ਤਿਆਰ ਹੋ ਜਾਂਦੀ ਹੈ, ਜ਼ਮੀਨ ਨੂੰ ਕਵਰ ਕਰ ਲੈਂਦੀ ਹੈ ਉੱਤੋਂ ਦੀ। ਸੋ ਜੇ ਤਾਂ ਆਪਾਂ ਉਸ ਤੋਂ ਪਹਿਲਾਂ ਸਪਰੇਅ ਕਰਾਂਗੇ ਤਾਂ ਜਿਹੜੀ ਸਪਰੇਅ ਉਸ ਟਾਈਮ ਤੋਂ ਪਹਿਲਾਂ ਕਰਦੇ ਪਏ ਆ ਬੂਝਾ ਮਾਰਨ ਤੋਂ ਪਹਿਲਾਂ ਉਹਨੇ ਦੋਨੇ ਤਰੀਕੇ ਨਾਲ ਅਸਰ ਕਰਨਾ। ਮਿੱਟੀ ਦੇ ਵਿੱਚ ਰਚ ਕੇ ਜਿਹੜੀ ਅੱਗੇ ਆਉਣ ਵਾਲੀ ਜਰਮੀਨੇਸ਼ਨ ਹੈ ਉਹਨੂੰ ਵੀ ਖਤਮ ਕਰ ਦਿੰਦੀ ਹੈ, ਅਤੇ ਜਿਹੜੀ ਪਹਿਲਾਂ ਵਾਲੀ ਹੈਗੀ ਆ ਉਹਨੂੰ ਵੀ ਖਤਮ ਕਰਦੀ ਹੈ ਜੇ ਕੋਈ ਗੁੱਲੀ ਡੰਡਾ ਜਾਂ ਕੋਈ ਹੋਰ ਨਦੀਨ ਹੈਗਾ। ਅਤੇ ਜਦੋਂ ਆਪਾਂ ਖੇਤ ਪੂਰਾ ਉੱਪਰੋਂ ਢੱਕਿਆ ਗਿਆ, ਜਿਹੜੀ ਆਪਾਂ 60-70 ਦਿਨਾਂ 'ਤੇ ਸਪਰੇਅ ਦੀ ਗੱਲ ਕਰਦੇ ਹਾਂ, ਖੇਤ ਉੱਪਰੋਂ ਢੱਕਿਆ ਗਿਆ ਤਾਂ ਫਿਰ ਤਾਂ ਜਿਹੜੀ ਪੱਤਿਆਂ ਦੇ ਥਰੂ ਨਦੀਨ ਦੇ ਵਿੱਚ ਜਾਊਗੀ ਨਾ, ਉਹੀ ਸਪਰੇਅ ਨੇ ਅਸਰ ਕਰਨਾ ਬਸ। ਫਿਰ ਜ਼ਮੀਨ ਦੇ ਵਿੱਚੋਂ ਉਹਨੇ ਕੋਈ ਅਸਰ ਨਹੀਂ ਦਿਖਾਉਣਾ। ਜਿਹੜੇ ਕੋਈ ਥੱਲੇ ਪੱਤਿਆਂ ਦੇ ਹੇਠਾਂ ਗੁੱਲੀ ਡੰਡੇ ਦੇ ਨਦੀਨ ਉੱਗੇ ਹੋਏ ਨੇ, ਜਿਹੜੇ ਦੂਜੇ ਪਾਣੀ 'ਤੇ ਉੱਗੇ ਨੇ ਜਾਂ ਕੋਈ ਬਰਸਾਤ ਪੈਣ ਤੋਂ ਬਾਅਦ ਉੱਗੇ ਨੇ, ਉਹ ਥੱਲੇ ਢੱਕੇ ਰਹਿ ਜਾਂਦੇ ਨੇ, ਉਹਨਾਂ ਉੱਤੇ ਦਵਾਈ ਨਹੀਂ ਪਹੁੰਚਦੀ, ਕਿਉਂਕਿ ਕਣਕ ਨੇ ਦਵਾਈ ਲੈ ਲੈਣੀ ਆ ਉਹ ਵਾਲੀ ਜਿਹੜੀ ਦਵਾਈ ਆਪਾਂ ਗੁੱਲੀ ਡੰਡੇ ਵਾਸਤੇ ਸਪਰੇਅ ਕਰਦੇ ਪਏ। ਸੋ ਇਸ ਕਰਕੇ ਖੇਤ ਢੱਕਿਆ ਨਾ ਹੋਵੇ ਪੂਰਾ, ਉਸ ਟਾਈਮ ਦੇ ਉੱਤੇ ਜਿਹੜੀ ਆਪਾਂ ਸਪਰੇਅ ਕਰਾਂਗੇ ਉਹ ਬਹੁਤ ਵਧੀਆ ਅਸਰ ਦਿਖਾਉਂਦੀ ਹੈ। ਉਹਨੇ ਜਿਹੜਾ ਆਲਰੇਡੀ ਹੈਗਾ ਗੁੱਲੀ ਡੰਡਾ ਜ਼ਮੀਨ 'ਚ ਪ੍ਰੈਜ਼ੈਂਟ ਜਿਹੜਾ ਉੱਗਿਆ ਹੋਇਆ ਉਹਨੂੰ ਵੀ ਮਾਰਦੀ ਹੈ, ਅਤੇ ਜਿਹੜਾ ਉੱਗਦਾ ਪਿਆ ਹੋਊਗਾ ਉਹਨੂੰ ਵੀ ਖਤਮ ਕਰਦੀ ਹੈ ਜ਼ਿਆਦਾਤਰ ਦਵਾਈਆਂ। ਹੁਣ ਇਹਦੇ 'ਚ ਜੇ ਟੌਪਿਕ ਛੱਡਦੇ ਆ ਮੈਂ, ਟੌਪਿਕ ਸਿਰਫ ਪੱਤਿਆਂ ਦੇ ਰਾਹੀਂ ਅਸਰ ਕਰਦੀ ਹੈ, ਲੀਡਰ ਦੋਨਾਂ ਤਰੀਕਿਆਂ ਨਾਲ ਅਸਰ ਕਰਦੀ ਹੈ, ਟੋਟਲ ਦੋਨਾਂ ਤਰੀਕਿਆਂ ਨਾਲ ਅਸਰ ਕਰਦੀ ਹੈ, ਅਟਲਾਂਟਿਸ ਦੋਨਾਂ ਤਰੀਕਿਆਂ ਨਾਲ ਅਸਰ ਕਰਦੀ ਹੈ। ਜੇ ਟੌਪਿਕ ਦੇ ਵਿੱਚ ਆਪਾਂ ਮੈਟਰੀਬੂਜ਼ੀਨ ਵਾਲੇ ਸਾਲਟ ਵਾਲੀਆਂ ਆਉਂਦੀਆਂ ਪਈਆਂ, ACM 9 ਹੈ, ਸ਼ਗਨ 21-11 ਹੈ, ਜਿੱਥੇ ਗੁੱਲੀ ਡੰਡਾ ਕਿਸੇ ਹੋਰ ਦਵਾਈ ਨਾਲ ਨਹੀਂ ਮਰਦਾ ਉੱਥੇ ਇਹ ਦਵਾਈਆਂ ਨੂੰ ਆਪਾਂ ਤਰਜੀਹ ਦੇ ਸਕਦੇ ਹਾਂ। ਸੋ ਇਹ ਵਾਲੀਆਂ ਵੀ ਜਿਹੜੀਆਂ ਇਹ ਦੋਨੇ ਤਰੀਕਿਆਂ ਨਾਲ ਅਸਰ ਕਰਨ ਵਾਲੀਆਂ। ਸੋ ਇਸ ਕਰਕੇ ਜ਼ਿਆਦਾਤਰ ਜਿਹੜੀਆਂ ਦਵਾਈਆਂ ਉਹ ਦੋਨੇ ਤਰੀਕੇ ਨਾਲ ਅਸਰ ਕਰਨ ਵਾਲੀਆਂ, ਅਤੇ ਫਾਇਦਾ ਤਾਂ ਹੀ ਹੈ ਜੇ ਮਿੱਟੀ ਦੇ ਵਿੱਚ ਵੀ ਕੁਛ ਰਚੇ ਉਹ, ਅਤੇ ਉੱਪਰੋਂ ਵੀ ਅਸਰ ਦਿਖਾਵੇ। ਦੂਸਰੀ ਜਿਹੜੀ ਚੀਜ਼ ਹੁੰਦੀ ਹੈ ਉਹ ਇਹ ਕਿ ਜਿਹੜਾ ਤਾਂ
ਪਹਿਲਾਂ ਵਾਲਾ ਗੁੱਲੀ ਡੰਡਾ ਹੈ ਜਿਹੜਾ ਪਹਿਲੇ ਪਾਣੀ ਤੇ ਹੀ ਨਿਕਲਿਆ ਆ ਜਾਂ ਕਣਕ ਦੇ ਨਾਲ ਹੀ ਜੰਮਿਆ ਹੋਇਆ ਸੀਗਾ ਮੰਨ ਲਓ, ਉਹ ਤਾਂ ਉਸ ਟਾਈਮ ਦੇ ਉੱਤੇ ਹੋ ਜਾਂਦਾ ਹੈ 45-50 ਦਿਨਾਂ ਦੀ ਗੱਲ ਕਰੀਏ, ਉਸ ਟਾਈਮ ਦੇ ਉੱਤੇ ਜਿਹੜਾ ਨਾਲ ਦੇ ਨਾਲ ਹੀ ਜੰਮਿਆ ਹੈ ਨਾ, ਉਹ ਤਕਰੀਬਨ 8-10 ਪੱਤਿਆਂ ਦੀ ਸਟੇਜ ਤੇ ਪਹੁੰਚ ਜਾਂਦਾ ਹੈ ਗੁੱਲੀ ਡੰਡਾ। ਸੋ ਉਹਨੂੰ ਕੋਈ ਦਵਾਈ ਕਾਬੂ ਨਹੀਂ ਕਰਦੀ। ਫਿਰ ਆਪਾਂ ਨੂੰ ਕਈ ਵਾਰੀ ਡਬਲ ਡੋਜ਼ ਜਾਂ ਟੌਪਿਕ ਦੇ ਵਿੱਚ ਲੀਡਰ ਲਾ ਕੇ ਕਰਨੀ ਪੈਂਦੀ ਹੈ ਤਾਂ ਜਾ ਕੇ ਕੁਝ ਕਾਬੂ ਹੁੰਦਾ। ਸੋ ਜਿਹੜਾ ਵੀ ਨਦੀਨ ਹੈ, ਜਿਹੜੀ ਵੀ ਹਰਬੀਸਾਈਡ ਤੁਸੀਂ ਚੱਕੋਗੇ, ਜਿਹੜੀ ਵੀ ਨਦੀਨਨਾਸ਼ਕ ਚੱਕੋਗੇ, ਸਾਰਿਆਂ ਦੇ ਉੱਤੇ ਲੇਬਲ ਕਲੇਮ ਇਹੀ ਲਿਖਿਆ ਹੁੰਦਾ ਹੈ ਕਿ ਇਹ 2 ਤੋਂ 4 ਪੱਤਿਆਂ ਦੀ ਸਟੇਜ ਤੇ ਅਸਰ ਕਰਦੀ ਹੈ। 2 ਤੋਂ 4 ਪੱਤਿਆਂ ਦੀ ਸਟੇਜ ਦੇ ਵਿੱਚ ਆਪਾਂ ਨੂੰ ਐਂ ਲੱਗੂਗਾ ਕਿ ਇਹ ਤਾਂ ਯਾਰ ਨਦੀਨ ਦੇ ਉੱਤੇ ਸਪਰੇਅ ਹੀ ਨਹੀਂ ਪੈਣੀ ਤੇ ਇਹ ਅਸਰ ਕਿਵੇਂ ਕਰੂਗੀ। ਪਰ ਜਿਵੇਂ ਦੱਸਿਆ ਤੁਹਾਨੂੰ, ਦੋਨੇ ਤਰੀਕੇ ਨਾਲ ਅਸਰ ਕਰਨ ਵਾਲੀਆਂ ਜ਼ਿਆਦਾਤਰ ਦਵਾਈਆਂ। ਸੋ ਉਹਨੇ ਮਿੱਟੀ ਦੇ ਥਰੂ ਵੀ ਅਸਰ ਕਰਨਾ ਹੈ, ਜੜ੍ਹਾਂ ਦੇ ਵਿੱਚੋਂ ਵੀ ਅੰਦਰ ਜਾਣਾ ਹੈ, ਤੇ ਪੱਤੇ ਦੇ ਉੱਤੇ, ਕੂਲੇ ਪੱਤੇ ਦੇ ਉੱਤੇ ਜਦੋਂ ਪੈਂਦੀ ਹੈ ਉਹ ਜ਼ਿਆਦਾ ਵਧੀਆ ਅਸਰ ਕਰਦੀ ਹੈ। ਸੋ ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਵੱਡੇ ਨਦੀਨ ਹੈ ਉਹ ਦਵਾਈ ਦੀ ਪੂਰੀ ਡੋਜ਼ ਨਹੀਂ ਉਹਨੂੰ ਮਿਲਦੀ, ਇਸ ਕਰਕੇ ਬਚ ਜਾਂਦੇ ਹੈ। ਛੋਟੇ ਨਦੀਨ ਤਾਂ ਬਚ ਜਾਂਦੇ ਆ ਕਿਉਂਕਿ ਉਹਨਾਂ ਦੇ ਉੱਤੇ ਦਵਾਈ ਨਹੀਂ ਪੈਂਦੀ, ਉਹ ਥੱਲੇ ਢੱਕੇ ਰਹਿੰਦੇ ਨੇ ਕਣਕ ਦੇ ਪੱਤਿਆਂ ਦੇ ਹੇਠਾਂ, ਬਾਅਦ ਦੇ ਵਿੱਚ ਉਹ ਉੱਤੇ ਨੂੰ ਉੱਠ ਆਉਂਦੇ ਨੇ। ਸੋ ਕਈ ਵਾਰੀ ਆਪਾਂ ਨੂੰ ਇਹ ਸਮੱਸਿਆਵਾਂ ਦੇਖਣੀਆਂ ਪੈਂਦੀਆਂ ਜਦੋਂ ਆਪਾਂ ਲੇਟ ਹਾਲਤਾਂ ਦੇ ਵਿੱਚ ਸਪਰੇਅ ਕਰਦੇ ਹਾਂ। ਸੋ ਜੇ ਖੇਤ ਦੀ ਤਾਸੀਰ ਹੀ ਇਦਾਂ ਦੀ ਹੈ, ਮੰਨ ਲਓ ਕਿ ਪਹਿਲੇ ਪਾਣੀ ਤੋਂ ਬਾਅਦ ਹੀ ਕੱਖ ਨਿਕਲਦਾ, ਮੰਨ ਲਓ ਕਈ ਖੇਤਾਂ ਦੇ ਵਿੱਚ ਇਸ ਤਰ੍ਹਾਂ, ਜ਼ਿਆਦਾਤਰ ਝੋਨੇ ਵਾਲੀਆਂ ਪੈਲੀਆਂ ਦੇ ਵਿੱਚ ਹੁੰਦਾ ਕਿ ਕਣਕ ਦੇ ਨਾਲ ਹੀ ਜੰਮ ਖੜਦਾ ਜਿਹੜਾ ਕੱਖ ਹੈ। ਨਰਮੇ ਵਾਲੀਆਂ ਪੈਲੀਆਂ ਦੇ ਵਿੱਚ ਆਮ ਤੌਰ 'ਤੇ ਜਦੋਂ ਆਪਾਂ ਪਹਿਲਾ ਪਾਣੀ ਲਾਉਣੇ ਆ ਜਾਂ ਮੀਂਹ ਪੈਂਦਾ, ਉਸ ਤੋਂ ਬਾਅਦ ਕੱਖ ਉੱਗਣਾ ਚਾਲੂ ਕਰਦਾ। ਉਸ ਹਾਲਤਾਂ ਦੇ ਵਿੱਚ ਵੀ ਜੇ ਆਪਾਂ 45-55 ਦਿਨ ਤੋਂ ਪਹਿਲਾਂ ਸਪਰੇਅ ਕਰ ਲੈਂਦੇ ਹਾਂ, ਸੋ ਜਿਹੜਾ ਵੀ ਕੱਖ ਉਹ ਮਾਰਿਆ ਜਾਊਗਾ, ਦੱਬਿਆ ਜਾਊਗਾ ਉਸ ਟਾਈਮ ਦੇ ਉੱਤੇ, ਉਹ ਆਪਣੇ ਝਾੜ ਦੇ ਵਿੱਚ ਨੁਕਸਾਨ ਦੇਣ ਵਾਲਾ ਸੀਗਾ। ਜਿਹੜਾ 50-55 ਦਿਨ ਤੋਂ ਬਾਅਦ ਜਿਹਨੇ ਜਰਮੀਨੇਟ ਹੋਣਾ ਹੈ, ਉਹਨੇ ਝਾੜ ਦੇ ਵਿੱਚ ਨੁਕਸਾਨ ਨਹੀਂ ਕਦੇ ਕਰਨਾ ਹੁੰਦਾ। ਜਿਹੜਾ ਜੰਮਿਆ ਪਿਆ ਪਹਿਲਾਂ ਉਹ ਤਾਂ ਕਰੇਗਾ ਨੁਕਸਾਨ। ਜਿਹੜਾ 50-55 ਦਿਨ ਤੱਕ ਜੇ ਆਪਾਂ ਕੋਈ ਕੱਖ ਉਹਨੂੰ ਮਾਰ ਕੇ ਰੱਖਦੇ ਹਾਂ, ਸਾਫ਼ ਰੱਖਦੇ ਹਾਂ ਕੱਖਾਂ ਤੋਂ, ਤੇ ਉਸ ਤੋਂ ਬਾਅਦ ਜੇ ਕੋਈ ਵਿਰਲਾ ਕੋਈ ਨਿਕਲ ਵੀ ਆਉਂਦਾ, ਅੱਬਲ ਤਾਂ ਨਿਕਲਦਾ ਨਹੀਂਗਾ, ਜੇ ਨਿਕਲਦਾ ਤਾਂ ਉਹ ਵੱਧ ਨਹੀਂ ਸਕਦਾ ਕਿਉਂਕਿ ਉਹਦੇ ਉੱਤੇ ਪੱਤਿਆਂ ਦੀ ਛਾਂ ਹੁੰਦੀ ਹੈ, ਉਹਦੇ ਉੱਤੇ ਕਣਕ ਜਿਹੜਾ ਜਦੋਂ ਬੂਝਾ ਮਾਰ ਜਾਂਦੀ ਹੈ ਤਾਂ ਉਹਨੇ ਕੰਪੀਟੀਸ਼ਨ ਵੀ ਬੜਾ ਵਧੀਆ ਦਿੰਦੀ ਹੈ ਉਹ ਨਦੀਨਾਂ ਨੂੰ। ਸੋ ਉਸ ਤੋਂ ਬਾਅਦ ਜਿਹੜਾ ਉੱਗੂਗਾ ਉਹ ਕੰਪੀਟੀਸ਼ਨ ਨਹੀਂ ਕਰ ਸਕਦਾ। ਤੇ ਦੂਜੀ ਜਿਹੜੀ ਗੱਲ ਹੈ, ਅੱਬਲ ਤਾਂ ਉਹਨੇ ਨਿਕਲ ਕੇ ਉੱਪਰ ਉੱਠਣਾ ਨਹੀਂਗਾ, ਜੇ ਉੱਠੂਗਾ ਵੀ ਤਾਂ ਉਹਨੇ ਝਾੜ ਦੇ ਵਿੱਚ ਨੁਕਸਾਨ ਨਹੀਂ ਕੋਈ ਕਰਨਾ ਹੁੰਦਾ ਕਿਉਂਕਿ ਕਣਕ ਤੇ ਉਹਦੇ ਵਿੱਚ ਤਕਰੀਬਨ 60 ਦਿਨਾਂ ਦਾ ਫਾਸਲਾ ਪੈ ਜਾਂਦਾ ਉਸ ਟਾਈਮ ਤੱਕ। ਸੋ ਇਸ ਕਰਕੇ ਉਸ ਤੋਂ ਪਹਿਲਾਂ ਵਾਲੇ ਨਦੀਨ ਜ਼ਿਆਦਾ ਮਾਰਨੇ ਜ਼ਰੂਰੀ ਹੈ, 60 ਦਿਨਾਂ ਤੋਂ ਪਹਿਲਾਂ ਵਾਲੇ ਜੰਮੇ ਹੋਏ, ਬਜਾਏ ਕਿ ਜਿਹੜੇ 60 ਦਿਨਾਂ ਤੋਂ ਬਾਅਦ ਜੰਮਦੇ ਨੇ। ਜੇ ਉਹਨਾਂ ਨੂੰ ਆਪਾਂ ਸੋਚਦੇ ਹਾਂ ਕਿ ਇਹ ਨਦੀਨ ਬਾਅਦ ਚੋਂ ਨਿਕਲਦੇ ਨੇ ਠੰਡ ਕਰਕੇ ਜਾਂ ਕੋਈ ਹੋਰ ਕਾਰਨ ਕਰਕੇ, ਕਿਉਂਕਿ ਇਹ ਵੀ ਸਮੱਸਿਆ ਆਉਂਦੀ ਹੈ ਆਪਣੇ ਜ਼ਿਲ੍ਹਿਆਂ ਦੇ ਵਿੱਚ ਉੱਪਰਲੇ ਪੰਜਾਬ ਨਾਲੋਂ, ਕਿ ਆਪਣੇ ਜ਼ਿਲ੍ਹੇ ਦੇ ਵਿੱਚ ਗੁੱਲੀ ਡੰਡੇ ਦੀ ਜਰਮੀਨੇਸ਼ਨ ਕਦੋਂ ਜ਼ਿਆਦਾ ਹੁੰਦੀ ਹੈ, ਜਦੋਂ ਠੰਡ ਪੈਂਦੀ ਹੈ। ਆਪਣੇ ਠੰਡ ਥੋੜ੍ਹੀ ਜਿਹੀ ਲੇਟ ਪੈਂਦੀ ਹੈ ਉੱਪਰਲੇ ਪੰਜਾਬ ਨਾਲੋਂ। ਸੋ ਇਸ ਕਰਕੇ ਕਈ ਵਾਰੀ ਐਂ ਵੀ ਹੁੰਦਾ ਕਿ ਯਾਰ ਗੁੱਲੀ ਡੰਡਾ ਤਾਂ ਜੰਮਿਆ ਨਹੀਂ ਗਾ, ਸਪਰੇਅ ਕਾਹਦੀ ਕਰੀਏ। ਪਰ ਅਕਸਰ ਇਹੀ ਹੈ ਦੇਖਣ 'ਚ ਆਉਂਦਾ ਕਿ ਜੇ ਆਪਾਂ ਟਾਈਮਲੀ ਸਪਰੇਅ ਕਰ ਦਿੰਦੇ ਹਾਂ ਤਾਂ ਉਹਦੇ ਨਾਲ ਜਿਹੜਾ ਆਪਣਾ ਝਾੜ ਦੇ ਵਿੱਚ ਨੁਕਸਾਨ ਦੀ ਜਿਹੜੀ ਉਹਦੀ ਕਪੈਸਿਟੀ ਹੈ ਉਹਨਾਂ ਨਦੀਨਾਂ ਦੀ, ਉਹ ਘਟ ਜਾਂਦੀ ਹੈ। ਹਾਂ, ਉਹਦੇ 'ਚ ਘੱਟੋ ਘੱਟ ਹਫ਼ਤੇ ਦਾ ਵਿੱਥ ਜ਼ਰੂਰ ਰੱਖੋ ਕਿਉਂਕਿ ਕੋਈ ਵੀ ਨਦੀਨਨਾਸ਼ਕ ਹੈ ਨਾ, ਉਹ ਤਕਰੀਬਨ 3 ਤੋਂ 4 ਦਿਨ ਲੱਗਦਾ ਆਪਦਾ ਐਕਸ਼ਨ ਦਿਖਾਉਣ ਵਾਸਤੇ ਉਹਨੂੰ, ਕਿਉਂਕਿ ਇਹ ਗ੍ਰੈਮੈਕਸੋਨ ਜਾਂ ਉਹਦੇ ਵਾਂਗੂ ਤਾਂ ਹੈ ਨਹੀਂਗਾ ਕਿ ਨਾਲ ਦੀ ਨਾਲ ਉਹਨੇ ਅਸਰ ਦਿਖਾ ਦੇਣਾ। ਜਿਹੜੀ ਜੜ੍ਹ ਦੇ ਵਿੱਚੋਂ ਦੀ ਜਾਂਦੀ ਹੈ ਉਹਨੇ ਵੀ ਹੌਲੀ ਹੌਲੀ ਮਾਰਨਾ ਹੈ। ਪਹਿਲਾਂ ਪੱਤਾ ਉੱਪਰਲਾ ਪੀਲਾ ਜਿਹਾ ਪਊਗਾ, ਰੁੱਕ ਜਾਊਗਾ, ਆਪਾਂ ਨੂੰ ਲੱਗੂਗਾ। ਜੇ ਆਪਾਂ ਨਾਲ ਦੀ ਨਾਲ ਉਹਨੂੰ ਖੁਰਾਕ ਦੇ ਦਿਆਂਗੇ, ਉਹਨੂੰ ਰੋਸ਼ਨੀ ਵੀ ਮਿਲ ਗਈ, ਬਾਈ ਚਾਂਸ ਸੂਰਜ ਵਧੀਆ ਚੜ੍ਹਿਆ ਆ, ਉੱਧਰੋਂ ਖੁਰਾਕ ਦੇਤੀ, ਉੱਧਰੋਂ ਪਾਣੀ ਲਾਤਾ, ਉਹ ਦੁਬਾਰਾ ਬਹਾਲ ਹੋ ਜਾਂਦਾ ਨਦੀਨ। ਕਈ ਵਾਰੀ ਖਾਸ ਕਰਕੇ ਉਹਨਾਂ 'ਚ ਸਮੱਸਿਆ ਜ਼ਿਆਦਾ ਆਊਗੀ ਜਿਹੜੇ ਵੱਡੇ ਨਦੀਨ ਹੁੰਦੇ ਆ ਜੀ। ਜਿਹੜੇ ਛੋਟੇ ਆ ਉਹ ਛੇਤੀ ਬਹਾਲ ਨਹੀਂ ਹੁੰਦੇ। ਹੁਣ ਉਹ ਬਹੁਤ ਵਧੀਆ, ਤਾਂ ਹੀ ਮੈਂ ਆਖਿਆ ਮੈਂ ਅਸੀਂ ਆਪਦੇ ਖੇਤ ਦੇ ਵਿੱਚ ਨਾ ਜ਼ਿਆਦਾਤਰ ਮੈਂ ਹਰ 2 ਸਾਲ ਬਾਅਦ, ਕਿਉਂਕਿ ਮੇਰੀ ਆਦਤ ਹੈ ਕਿ ਮੈਂ ਰੋਟੇਸ਼ਨ 'ਚ ਕਰਦਾ। ਐਤਕੀ ਐਕਸੀਐਲ ਕੀਤੀ ਹੈ, ਪਿਛਲੇ ਸਾਲ ਟੌਪਿਕ ਕੀਤੀ ਸੀ, ਉਸ ਤੋਂ ਪਿਛਲੇ ਸਾਲ ਟੋਟਲ ਕੀਤੀ ਸੀ। ਇਹੀ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਹਰ ਸਾਲ ਕੋਸ਼ਿਸ਼ ਕਰੋ ਬਦਲ ਕੇ ਸਪਰੇਅ ਕਰਨ ਦੀ। ਉਹਦੇ ਨਾਲ ਜਿਹੜੀ ਹੈ ਇਹ ਜਿਹੜੀ ਸਹਿਣਸ਼ੀਲਤਾ ਵਾਲੀ ਸਮੱਸਿਆ ਜਿਹੜੀ ਨਦੀਨਾਂ ਦੇ ਵਿੱਚ ਆ ਜਾਂਦੀ ਹੈ ਉਹ ਨਹੀਂ ਆਏਗੀ ਆਪਣੇ ਜ਼ਿਲ੍ਹੇ ਦੇ ਵਿੱਚ ਬਹੁਤ। ਫਿਰ ਮੈਂ ਉਹੀ ਕਹੂੰਗਾ ਕਿ ਕਈ ਵਾਰੀ ਮੈਨੂੰ ਆਪਣੇ ਜ਼ਿਲ੍ਹੇ ਦੇ ਵਿੱਚ ਮਾਣ ਹੁੰਦਾ ਇਹਨਾਂ ਚੀਜ਼ਾਂ ਦੇ ਉੱਤੇ
ਕਿ ਵੀ ਸਹਿਣਸ਼ੀਲਤਾ ਪੱਖੋਂ ਵੀ ਬਰਨਾਲਾ ਤੋਂ ਉੱਤੇ ਟੱਪ ਜਾਈਏ, ਸੰਗਰੂਰ ਤੋਂ ਉੱਤੇ ਟੱਪ ਜਾਈਏ, ਉਹਨਾਂ ਦੇ ਸੈਂਪਲ ਜਿਹੜੇ ਹੈ ਗੁੱਲੀ ਡੰਡੇ ਦੇ 80 80 85 85% 88% ਤੱਕ 4 ਦਵਾਈਆਂ ਦੀ ਸਪਰੇਅ ਨਾਲ ਵੀ ਨਹੀਂ ਮਰਦੇ। ਆਪਣੇ ਇਧਰੋਂ ਜ਼ਿਲ੍ਹੇ ਦੇ ਸੈਂਪਲ ਭੇਜੇ ਤਾਂ ਆਪਣੇ ਸਿਰਫ ਉਹ ਮੇਰੇ ਖਿਆਲ 12 ਕਿ 18% ਆਏ ਸੀ। ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਹੈ, ਸੈਂਪਲ ਜਦੋਂ ਲੁਧਿਆਣੇ ਭੇਜਿਆ ਮੈਂ 12 ਤੋਂ 18% ਜਿਹੜੇ ਸੈਂਪਲ ਗੁੱਲੀ ਡੰਡੇ ਦੇ ਰੈਜ਼ਿਸਟੈਂਟ ਸੀਗੇ। ਬਾਕੀ ਇਹਦਾ ਮਤਲਬ ਸਾਰੀਆਂ ਜ਼ਮੀਨਾਂ ਦੇ ਵਿੱਚ ਬੜਾ ਵਧੀਆ ਟੌਪਿਕ ਨਾਲ ਵੀ ਕਾਬੂ ਹੁੰਦਾ ਪਿਆ। ਬਸ ਆਪਾਂ ਨੂੰ ਧਿਆਨ ਰੱਖਣ ਦੀ ਇਹੀ ਗੱਲ ਹੁੰਦੀ ਹੈ ਕਿ ਇੱਕ ਤਾਂ ਸਹੀ ਟਾਈਮ ਤੇ ਕਰ ਦਈਏ, ਇੱਕ ਦੂਜਾ ਬਦਲ ਕੇ ਸਪਰੇਅ ਕਰਦੇ ਰਵਾਂਗੇ ਤਾਂ ਇਹ ਜਿਹੜੀ ਆਪਾਂ ਨੂੰ ਸਮੱਸਿਆ ਵੀ 3 4 ਨਦੀਨ ਨਾਸ਼ਕਾਂ ਨਾਲ ਸਪਰੇਅ ਅਸਰ ਨਹੀਂ ਕਰਦੀ ਪਈ, ਉਹ ਵਾਲੀ ਸਮੱਸਿਆ ਨਹੀਂ ਆਉਂਦੀ ਆਪਾਂ ਨੂੰ। ਸੋ ਇਹ ਨਦੀਨ ਨਾਸ਼ਕਾਂ ਦੇ ਬਾਰੇ ਗੱਲਾਂ ਸੀ। ਜੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਸਮੱਸਿਆ ਹੈ ਫਿਰ ਉਹੀ ਆਪਣੇ ਕੋਲ 2,4-D ਹੈ। 2,4-D ਆਪਾਂ ਨਰਮੇ ਵਾਲੇ ਵਾਹਣ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਗੁਰੇਜ਼ ਕਰੀਏ ਇਹਨਾਂ ਚੀਜ਼ਾਂ ਤੋਂ। ਹਾਂ, ਨਰਮੇ ਤੇ ਅਸਰ ਪਾਉਂਦੀ ਹੈ। ਨਰਮੇ ਦੇ ਉੱਤੇ ਜ਼ਮੀਨ ਦੇ ਥਰੂ ਨਹੀਂ ਅਸਰ ਪਾਉਣਾ ਉਹਨੇ ਬਾਲਾ, ਬਟ ਉਹਨੇ ਸਮੱਸਿਆ ਇਹੀ ਹੈ ਕਿ ਕੋਈ ਨਾ ਕੋਈ ਬਾਈ ਚਾਂਸ ਇਹ ਤ੍ਰਿਟੀ ਰਹਿ ਜਾਂਦੀ ਆਪਣੇ ਕੋਲ ਕਿ ਪੰਪ ਸਾਂਭ ਕੇ ਰੱਖ ਲਿਆ ਉਹ ਵਾਲਾ, ਜਾਂ ਉੱਥੇ ਹੀ ਡੱਬੇ ਸਿੱਟ ਤੇ ਆਪਾਂ, ਤਾਂ ਉਹਦੇ ਨਾਲ ਸਮੱਸਿਆ ਆਉਂਦੀ ਹੈ ਕਿਉਂਕਿ ਨਰਮਾ ਬਹੁਤ ਸੈਂਸਿਟਿਵ ਫਸਲ ਹੈ 2,4-D ਨੂੰ। ਸੋ ਜਿਹੜੀ 2,4-D ਦੇ ਬਦਲ ਦੇ ਵਿੱਚ ਐਲਗ੍ਰਿਪ ਹੈਗੀ ਹੈ। ਜੇ ਸਾਰੇ ਛੋਟੇ ਨਦੀਨ ਹੈ ਕੋਈ ਦਿੱਕਤ ਨਹੀਂ ਹੈਗੀ। ਜੇ ਕੋਈ ਮਾੜਾ ਮੋਟਾ ਐਂ ਲੱਗਦਾ ਕਿ ਵੱਡੇ ਨਦੀਨ ਹੈਗੇ ਨੇ, ਬਾਥੂ ਵੱਡਾ ਹੋ ਗਿਆ ਜਾਂ ਪਾਲਕ ਵੱਡੀ ਹੋ ਗਈ, ਫਿਰ ਅਫਿਨਿਟੀ ਹੈਗੀ ਹੈ ਕਾਰਫੈਂਟਰਾਜ਼ੋਨ 20 ਗ੍ਰਾਮ ਕਿੱਲੇ ਦੀ ਪੈਂਦੀ ਹੈ। ਉਹ ਕਣਕ ਨੂੰ ਥੋੜ੍ਹਾ ਜਿਹਾ ਧੱਕਾ ਵੀ ਮਾਰਦੀ ਹੈ ਦਵਾਈ, ਬਟ ਉਹ ਜਿਹੜੀ ਹੈ ਸਾਰੇ ਤਰ੍ਹਾਂ ਦੇ ਨਦੀਨਾਂ ਨੂੰ, ਚੌੜੇ ਪੱਤੇ ਵਾਲੇ ਨਦੀਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਕਾਬੂ ਕਰਦੀ ਹੈ। ਐਲਗ੍ਰਿਪ ਤੋਂ ਥੋੜ੍ਹਾ ਜਿਹਾ ਸਟਰੋਂਗ ਹੈ ਉਹ। ਹਾਂਜੀ, ਅਸੀਂ ਕਿੱਲੇ ਦੀ ਕਹਿੰਦੇ ਹਾਂ ਪੁੜੀ, ਆਪਣੇ ਏਰੀਏ ਵਾਸਤੇ 1.5 ਕਿੱਲੇ ਦੇ ਵਿੱਚ ਪਾ ਲਾਂਗੇ ਤਾਂ ਚਲੋ ਚੱਲ ਜਾਂਦੀ ਹੈ ਕਿਉਂਕਿ ਉਹ 20 ਗ੍ਰਾਮ ਦੀ ਪੁੜੀ ਹੈ। ਜਿਵੇਂ ਦੇਖੋ ਕੋਈ ਵੀ ਨਦੀਨ ਨਾਸ਼ਕ ਹੈ ਜਿਹੜਾ ਜ਼ਮੀਨ ਦੇ ਥਰੂ ਅਸਰ ਕਰਨ ਵਾਲਾ ਹੈ ਨਾ, ਜੇ ਆਪਣੀ ਭਾਰੀ ਜ਼ਮੀਨ ਹੈ ਫਿਰ ਤਾਂ ਮੈਂ ਕਹੂੰਗਾ ਪੂਰੀ ਡੋਜ਼ ਵਰਤਣੀ ਚਾਹੀਦੀ ਹੈ। ਥੋੜ੍ਹਾ ਜਿਹਾ ਧੱਕਾ ਮਾਰਦੀ ਹੈ ਪਰ ਕਾਬੂ ਬੜਾ ਵਧੀਆ ਕਰਦੀ ਹੈ। ਕਣਕ ਨਾਲ ਦੀ ਨਾਲ ਉੱਠ ਖੜਦੀ ਹੈ, ਕੋਈ ਦਿੱਕਤ ਨਹੀਂ ਆਉਂਦੀ ਇਸ ਤਰ੍ਹਾਂ ਕਿ ਕਣਕ ਬਾਹਲੇ ਦੇਰ ਵਾਸਤੇ ਰੁਕ ਜੂਗੀ। ਕੋਈ 2-4 ਦਿਨਾਂ ਵਾਸਤੇ ਆਪਾਂ ਨੂੰ ਲੱਗੂਗਾ ਕਣਕ ਦੇ ਵਿੱਚ ਪਲੱਤਣ ਆਈ ਹੈ ਤੇ ਉਹ ਕਣਕ ਉੱਠ ਖੜਦੀ ਹੈ, ਕੋਈ ਦਿੱਕਤ ਨਹੀਂ ਹੈ। ਪਰ ਜਿਹੜੇ ਨਦੀਨ ਹੈ ਉਹ ਨਹੀਂ ਉੱਠਦੇ ਫਿਰ। ਤੇ ਜੇ ਆਪਣੀ ਜ਼ਮੀਨ ਹਲਕੇ ਵਾਲੇ ਪਾਸੇ ਨੂੰ ਹੈ ਫਿਰ ਜਿੰਨੀਆਂ ਵੀ ਇਹ ਜ਼ਮੀਨ ਦੇ ਥਰੂ ਅਸਰ ਕਰਨ ਵਾਲੀਆਂ ਹੈ ਨਾ, ਇਹਨਾਂ ਦੀ ਡੋਜ਼ ਥੋੜ੍ਹੀ ਜਿਹੀ ਘੱਟ ਵਰਤਣੀ ਚਾਹੀਦੀ ਹੈ। ਜਿਵੇਂ ਦੱਸਿਆ ਵੀ 1.5 ਕਿੱਲੇ ਦੇ ਵਿੱਚ ਆਪਾਂ ਪਾ ਸਕਦੇ ਹਾਂ ਇੱਕ ਪੁੜੀ, ਕਿਉਂਕਿ ਜ਼ਮੀਨ ਦੇ ਵਿੱਚ ਉਹਨੇ ਅਸਰ ਕਰਨਾ ਹੈ। ਜ਼ਮੀਨ ਦੇ ਵਿੱਚ ਜਿਹੜੀ ਵੱਧ ਡੋਜ਼ ਹੈ ਉਹ ਤਾਂ ਜ਼ਮੀਨ ਦੇ ਵਿੱਚ ਬੰਨ ਜਾਂਦੀ ਹੈ। ਜਿਹੜੀ ਹਲਕੀ ਜ਼ਮੀਨ ਹੈ ਉਹਦੇ ਵਿੱਚ ਉਹ ਬੰਨ ਨਹੀਂ ਸਕਦੀ, ਉਹ ਸਾਰੀ ਦੀ ਸਾਰੀ ਇੱਕਦਮ ਹੀ ਮਿਲ ਜਾਂਦੀ ਹੈ। ਸੋ ਜੇ ਵੱਧ ਡੋਜ਼ ਆਪਾਂ ਕਰਦੇ ਹਾਂ, ਜੇ ਸਾਰੀ ਦੀ ਸਾਰੀ ਹਲਕੀ ਜ਼ਮੀਨ ਸੀ ਉਹਦੇ 'ਚ ਜਿਹੜਾ ਆਪਾਂ ਕਲੇ ਕੰਟੈਂਟ ਕਹਿੰਦੇ ਹੁੰਦੇ ਆ ਜਾਂ ਚੀਕਨਾਪਨ ਕਹਿੰਦੇ ਆ, ਜਿੰਨੇ ਹਰਬੀਸਾਈਡ ਨੂੰ ਜਾਂ ਨਦੀਨਨਾਸ਼ਕ ਨੂੰ ਬੰਨਣਾ, ਜੇ ਉਹ ਆਪਣੇ ਖੇਤ ਦੇ ਵਿੱਚ ਚੀਕਨਾਪਨ ਘੱਟ ਹੈ ਤਾਂ ਇਹ ਜਿਹੜੀ ਨਦੀਨਨਾਸ਼ਕ ਉਹਨੇ ਜਿੰਨੀ ਆਪਾਂ ਪਾਈ ਜ਼ਮੀਨ ਦੇ ਵਿੱਚ ਉਨੀ ਸਾਰੀ ਦੀ ਸਾਰੀ ਇੱਕਦਮ ਬੂਟੇ ਨੂੰ ਦੇ ਦੇਣੀ ਹੈ। ਸੋ ਉਹ ਆਪਾਂ ਜਿਹੜੀ ਕਣਕ ਨੂੰ ਵੀ ਜ਼ਿਆਦਾ ਸਵੀਅਰ ਧੱਕਾ ਮਾਰਦੀ ਹੈ। ਸੋ ਕਈ ਹੁਣ ਇੱਧਰਲੇ ਪਾਸੇ ਆਪਣੇ ਰਾਜਸਥਾਨ ਵਾਲੇ ਪਾਸੇ ਏਰੀਏ ਦੇ ਵਿੱਚ 10-12 ਗ੍ਰਾਮ ਤੋਂ ਜ਼ਿਆਦਾ ਨਹੀਂ ਕਰਦੇ ਐਲਗ੍ਰਿਪ। ਆਪਣੇ 20 ਗ੍ਰਾਮ ਦੀ ਸਿਫਾਰਿਸ਼ ਹੈ ਆਪਣੇ ਚੰਗੇ ਜਿਹੜੇ ਖੇਤਾਂ ਵਾਸਤੇ। ਸੋ ਉਸ ਤਰੀਕੇ ਨਾਲ ਆਪਾਂ ਇਹਨਾਂ ਚੀਜ਼ਾਂ ਨੂੰ ਮੈਨੇਜ ਕਰ ਸਕਦੇ ਹਾਂ। ਸੋ ਇਸ ਤੋਂ ਬਾਅਦ ਜਿਹੜੀ ਇੱਕ ਖਾਦ ਦੀ ਗੱਲ ਕਰਦਾ ਪਿਆ ਸੀ, ਨਿਊਟ੍ਰੀਸ਼ਨ ਪੱਖੋਂ ਇੱਕ ਹੋਰ ਅਹਿਮ ਇੱਕ ਸਿਫਾਰਿਸ਼ ਹੈ ਜਿਹੜੀ ਆਪਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਆਪਣੇ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ, ਉਹ ਹੈਗੀ ਹੈ 13-0-45 ਦੀ ਸਪਰੇ। ਜਿਵੇਂ ਆਪਾਂ ਨਰਮੇ ਦੇ ਵਿੱਚ ਕਰਦੇ ਹਾਂ ਉਵੇਂ ਹੀ ਕਣਕ ਦੇ ਵਿੱਚ ਸਿਫਾਰਿਸ਼ ਹੈਗੀ ਹੈ 4 ਕਿਲੋ 13-0-45 200 ਲੀਟਰ ਪਾਣੀ 'ਚ, ਇਹਦੀਆਂ 2 ਸਪਰੇਆਂ। ਨਰਮੇ ਦੇ ਵਿੱਚ ਤਾਂ ਹੈਗੀ ਹੈ 2 ਕਿਲੋ 100 ਲੀਟਰ ਪਾਣੀ ਦੇ ਵਿੱਚ ਤੇ 4 ਸਪਰੇਆਂ, ਯਾਨੀ ਕਿ 8 ਕਿਲੋ ਕਿੱਲੇ ਦੀ ਲਗਾਉਣੇ ਆ। ਇਹਦੇ ਵਿੱਚ ਵੀ 8 ਕਿਲੋ ਹੀ ਕਿੱਲੇ ਦੀ ਲੱਗਣੀ ਹੈ। 4 ਕਿਲੋ 200 ਲੀਟਰ ਪਾਣੀ ਦੇ ਵਿੱਚ ਘੋਲ ਕੇ 2 ਸਪਰੇਆਂ ਕਰਨੀਆਂ 4-4 ਕਿਲੋ ਦੀਆਂ। ਉਹ ਕਰਨੀਆਂ ਕਦੋਂ ਹੈ? ਜਦੋਂ ਜਿਹੜਾ ਸਿੱਟਾ ਗੋਭ ਦੇ ਵਿੱਚ ਤਿਆਰ ਹੋ ਚੁੱਕਿਆ। ਪਹਿਲੀ ਸਪਰੇਅ ਉਸ ਟਾਈਮ ਤੇ ਕਰਨੀ ਹੈ, ਦੂਜੀ ਆਪਾਂ 15 ਤੋਂ 20 ਦਿਨਾਂ ਦੇ ਵਕਫੇ ਤੇ ਆਪਾਂ ਇੱਕ ਹੋਰ ਸਪਰੇਅ ਕਰ ਲੈਣੀ ਹੈ। ਸੋ ਇਹਦੇ ਨਾਲ ਫਾਇਦਾ ਕੀ ਹੁੰਦਾ? ਕਿਉਂਕਿ ਆਪਣੇ ਏਰੀਏ ਦੇ ਵਿੱਚ ਜਿੱਥੇ ਆਪਾਂ ਕਣਕ ਲੇਟ ਵੀ ਹੋ ਜਾਂਦੀ ਹੈ ਨਰਮੇ ਕਰਕੇ ਕਈ ਵਾਰੀ, ਜਾਂ ਕਈ ਕਿਸਮਾਂ ਹੀ ਆਪਾਂ ਇੱਦਾਂ ਦੀਆਂ ਵਰਤ ਲੈਂਦੇ ਹਾਂ ਕਿ ਲੇਟ ਵੀ ਬੀਜਦੇ ਪਏ ਹਾਂ, ਉਹ ਤੋਂ ਕਿਸਮ ਵੀ ਇਹੋ ਜਿਹੀ ਲੈ ਲਈ ਜਿਹੜੀ ਪੂਰੀ ਡਿਊਰੇਸ਼ਨ ਲੈਣ ਵਾਲੀ ਹੈ, 155-60 ਦਿਨ ਲੈਣ ਵਾਲੀਆਂ ਕਿਸਮਾਂ ਕਈ। ਜਿਵੇਂ ਆਪਣੀ DBW 187 ਹੋ ਗਈ, 222 ਹੋ ਗਈ, 303 ਹੋ ਗਈ, 343 ਹੋ ਗਈ, ਇਹ ਪੂਰਾ ਦਿਨ ਲੈਣ ਵਾਲੀਆਂ ਕਿਸਮਾਂ।
550 ਥੋੜ੍ਹੇ ਜਿਹੇ 10 ਦਿਨ ਘੱਟ ਲੈਂਦੀ ਹੈ, 803 5 ਕੁ ਦਿਨ ਘੱਟ ਲੈਂਦੀ ਹੈ ਇਹਨਾਂ ਕਿਸਮਾਂ ਨਾਲੋਂ। ਹਾਂਜੀ, ਨਹੀਂ ਉਹ ਕਈ ਜਿਹੜੀਆਂ ਕਿਸਮਾਂ ਜੇ ਆਪਾਂ ਅਗੇਤੀਆਂ ਵਾਲੀਆਂ ਕਿਸਮਾਂ ਆਪਾਂ ਲੇਟ ਹਾਲਤਾਂ ਦੇ ਵਿੱਚ ਲਾਉਣੇ ਆ, ਲਾਸਟ ਤੇ ਜਾ ਕੇ ਕੀ ਹੁੰਦਾ, ਟੈਂਪਰੇਚਰ ਵੀ ਆਪਣੇ ਪਹਿਲਾਂ ਵੱਧਦਾ, ਤਾਪਮਾਨ ਪੂਰੇ ਪੰਜਾਬ ਨਾਲੋਂ ਪਹਿਲਾਂ ਗਰਮੀ ਪੈਣੀ ਚਾਲੂ ਹੁੰਦੀ ਹੈ ਮਾਰਚ ਅਪ੍ਰੈਲ ਦੇ ਮਹੀਨਿਆਂ ਦੇ ਵਿੱਚ। ਉਸ ਟਾਈਮ ਦੇ ਉੱਤੇ ਜਦੋਂ ਕਣਕ ਦੁੱਧ ਵਾਲੀ ਸਟੇਜ ਦੇ ਉੱਤੇ ਹੁੰਦੀ ਹੈ ਤੇ ਜੇ ਟੈਂਪਰੇਚਰ ਵੱਧ ਜੇ ਤਾਂ ਉਹਦਾ ਜਿਹੜਾ ਦਾਣੇ ਦੇ ਸਾਈਜ਼ ਦੇ ਉੱਤੇ ਪ੍ਰਭਾਵ ਪੈਂਦਾ, ਦਾਣਾ ਜਿਹੜਾ ਉਹ ਬਰੀਕ ਰਹਿੰਦਾ, ਚਾਹੇ ਆਪਾਂ ਪਾਣੀ ਲਾ ਦਈਏ ਫਿਰ ਵੀ ਦਾਣਾ ਕਈ ਵਾਰੀ ਬਰੀਕ ਰਹਿ ਜਾਂਦਾ। ਸੋ ਉਹਦੇ 'ਚ ਝਾੜ 'ਚ ਆਪਣਾ ਨੁਕਸਾਨ ਹੁੰਦਾ ਸਿੱਧੇ ਸਿੱਧੇ ਤੌਰ ਤੇ। ਤੇ ਜੇ ਆਪਾਂ ਇਹ 13045 ਦੀਆਂ 2 ਸਪਰੇਆਂ ਕਰਦੇ ਹਾਂ, ਇਹਨੇ ਇੱਕ ਤਾਂ ਖੁਰਾਕੀ ਤੱਤ ਦੇ ਦੇਣੇ ਹੈ ਦਾਣਾ ਮੋਟਾ ਕਰਨ ਵਾਸਤੇ, ਦੂਜਾ ਜਿਹੜਾ ਇਹ ਕਿਉਂਕਿ ਪੋਟਾਸ਼ੀਅਮ ਜਿਹੜਾ ਤੱਤ ਹੈ ਉਹ ਹਾਈ ਟੈਂਪਰੇਚਰ ਜਦੋਂ ਹੁੰਦਾ ਨਾ ਉਸ ਤੋਂ ਬਚਾਉਂਦਾ ਹੈ ਫਸਲ ਨੂੰ, ਵੱਧ ਤਾਪਮਾਨ ਤੋਂ ਬਚਾਉਂਦਾ, ਉਹ ਸਟ੍ਰੈਸ ਆਉਣ ਤੋਂ ਬਚਾਉਂਦਾ ਹੈ। ਸੋ ਉਸ ਟਾਈਮ ਦੇ ਉੱਤੇ ਜੇ ਆਪਾਂ ਸਪਰੇਆਂ ਇਹ ਕੀਤੀਆਂ ਹੋਈਆਂ ਪੋਟਾਸ਼ੀਅਮ ਨਾਈਟ੍ਰੇਟ ਦੀਆਂ ਤੇ ਪੋਟਾਸ਼ੀਅਮ ਤੱਤ ਉਹਦੇ ਵਿੱਚ ਹੈਗਾ, ਸੋ ਉਹਨੇ ਜਿਹੜਾ ਇਹਦੇ ਉੱਤੇ ਜਿਹੜਾ ਵੱਧ ਤਾਪਮਾਨ ਦਾ ਅਸਰ ਹੋਣਾ ਸੀ ਦਾਣਾ ਬਰੀਕ ਕਰਨ ਦੇ ਉੱਤੇ, ਸੋ ਉਹ ਇਹਦਾ ਕੈਂਸਲ ਕਰ ਦਿੰਦੀ ਹੈ ਉਸ ਅਸਰ ਨੂੰ ਖਤਮ ਕਰ ਦਿੰਦੀ ਹੈ। ਉਹਦੇ ਨਾਲ ਜਿਹੜਾ ਆਪਣਾ ਝਾੜ ਜਿਹੜਾ ਉਹ ਬਰਕਰਾਰ ਰਹਿੰਦਾ, ਨੁਕਸਾਨ ਨਹੀਂ ਹੁੰਦਾ। ਉੱਤੋਂ ਜਿਹੜੇ ਤੱਤ ਆਪਾਂ ਉੱਪਰ ਯੂਰੀਆ ਜਾਂ DAP ਪਾਉਣ ਦੀ ਬਜਾਏ ਜਦੋਂ ਕਣਕ ਨਿਸਰਦੀ ਹੈ, ਕਈ ਏਰੀਆ ਦੇ ਵਿੱਚ ਮੈਂ ਦੇਖਿਆ ਕਿ ਯੂਰੀਆ DAP ਨਿਸਰਨ ਤੋਂ ਬਾਅਦ ਵੀ ਪਾਉਂਦੇ ਰਹਿੰਦੇ ਨੇ। ਸੋ ਉਹਦੇ ਨਾਲੋਂ ਚੰਗਾ ਇਹ ਆਪਾਂ 13045 ਦੀਆਂ 2 ਸਪਰੇਆਂ ਕਰ ਲਈਏ, ਉਹਦੇ ਨਾਲ ਜਿਹੜਾ ਆਪਣਾ ਸਿੱਟਾ ਵੀ ਲੰਬਾ ਬਣਦਾ, ਦਾਣੇ ਵੀ ਮੋਟੇ ਬਣਦੇ ਹੈ ਤੇ ਜਿਹੜਾ ਵੱਧ ਤਾਪਮਾਨ ਦਾ ਨੈਗੇਟਿਵ ਇਫੈਕਟ ਆਉਣਾ ਸੀਗਾ ਉਹਦੇ ਤੇ, ਸੋ ਉਹ ਵੀ ਨਹੀਂ ਆਉਂਦਾ। ਸੋ ਇਹ ਜਿਹੜੀਆਂ ਖੁਰਾਕ ਦੀਆਂ 2 ਸਪਰੇਆਂ ਆਪਾਂ ਕਰਨੀਆਂ। ਫਿਰ ਇਸ ਤੋਂ ਬਾਅਦ ਜਿਹੜੀ ਇੱਕ ਟਿਲਟ ਦਵਾਈ ਜਾਂ ਕੋਈ ਵੀ ਫੰਗੀਸਾਈਡ ਆਪਾਂ ਸਪਰੇਅ ਕਰਦੇ ਹਾਂ, ਉਹਦੇ ਵਾਸਤੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਆਮ ਤੌਰ ਤੇ ਉਹ ਵੀ ਆਪਾਂ ਥੋੜ੍ਹੀ ਜਿਹੀ ਲੇਟ ਕਰਦੇ ਹਾਂ ਸਪਰੇਅ, ਉਹ ਆਪਣੇ ਏਰੀਏ ਦੇ ਵਿੱਚ ਸਗੋਂ ਦੀ ਥੋੜ੍ਹੀ ਜਿਹੀ ਜਲਦੀ ਕਰਨੀ ਚਾਹੀਦੀ ਹੈ, ਕਿਉਂਕਿ ਦੱਸਿਆ ਕਿ ਜਿਵੇਂ ਟੈਂਪਰੇਚਰ ਵੱਧ ਜਾਂਦਾ, ਦੇਖੋ ਫੰਗੀਸਾਈਡ ਵਾਲੀ ਕੋਈ ਸਮੱਸਿਆ ਫੰਗਸ ਵਾਲੀ ਨਹੀਂ ਆਉਣੀ ਕਣਕ ਦੇ ਉੱਤੇ। ਜਿਹੜੇ ਠੰਡ ਦੇ ਵਿੱਚ ਬੱਦਲਵਾਈ ਵਾਲਾ ਮੌਸਮ ਹੈ, ਇਸ ਟਾਈਮ ਦੇ ਉੱਤੇ ਥੋੜ੍ਹੀ ਜਿਹੀ ਸਮੱਸਿਆ ਆਉਣ ਦੇ ਚਾਂਸ ਜ਼ਿਆਦਾ ਹੁੰਦੇ ਨੇ। ਜਦੋਂ ਕਣਕ ਦੇ ਵਿੱਚ ਸਿੱਟਾ ਤਿਆਰ ਹੋ ਗਿਆ, ਜਿਵੇਂ ਮੈਂ ਦੱਸਿਆ ਜਦੋਂ ਆਪਾਂ 13045 ਸਪਰੇਅ ਕਰਨੀ ਹੈ, ਜਦੋਂ ਗੋਭ 'ਚ ਸਿੱਟਾ ਤਿਆਰ ਹੋ ਗਿਆ, ਜਦੋਂ ਸਿੱਟਾ ਤਕਰੀਬਨ 25-30% ਨਿਕਲੇ ਆਏ ਸਿੱਟੇ, ਉਸ ਟਾਈਮ ਦੇ ਉੱਤੇ ਫੰਗੀਸਾਈਡ ਦੀ ਸਪਰੇਅ ਕਰਨੀ ਹੈ। ਉਸ ਟਾਈਮ ਦੇ ਉੱਤੇ ਆਪਾਂ ਨੂੰ ਪਤਾ ਹੁੰਦਾ ਇਹਦਾ ਕਾਰਨ ਕੀ ਹੁੰਦਾ, ਕਿਉਂਕਿ ਆਪਾਂ ਬਚਾਉਣੇ ਹੈ ਫੰਗਸ ਨੂੰ ਬੀਜ ਦੇ ਉੱਤੇ ਲੱਗਣ ਤੋਂ ਬਚਾਉਣਾ ਚਾਹੁੰਦੇ ਹਾਂ ਕਿ ਬੀਜ ਦੇ ਉੱਤੇ ਨੁਕਸਾਨ ਨਾ ਕਰੇ, ਆਪਣੇ ਝਾੜ ਦੇ ਉੱਤੇ ਨੁਕਸਾਨ ਨਾ ਹੋਵੇ। ਜਿਹੜਾ ਵੀ ਕਣ ਫੰਗਸ ਦਾ ਪੱਤੇ ਦੇ ਉੱਤੇ ਪਿਆ, ਆਪਣੇ ਝੰਡੇ ਪੱਤੇ ਦੇ ਉੱਤੇ ਪਿਆ, ਜਿਹੜੀ ਗੋਭ ਦੇ ਵਿੱਚੋਂ ਨਿਕਲਣ ਲੱਗਿਆ ਉਸ ਪੱਤੇ ਦੇ ਉੱਤੇ ਫੰਗਸ ਦਾ ਕਣ ਪਿਆ, ਜਦੋਂ ਸਿੱਟੇ ਨੇ ਉਹਦੇ ਵਿੱਚੋਂ ਦੀ ਬਾਹਰ ਨਿਕਲਣਾ, ਉਸ ਟਾਈਮ ਦੇ ਉੱਤੇ ਹੀ ਉਹਨੇ ਇਨਫੈਕਸ਼ਨ ਦੇ ਦੇਣੀ ਹੈ ਸਿੱਟੇ ਨੂੰ, ਉਹਦੇ ਉੱਤੇ ਵਧਣਾ ਚਾਲੂ ਕਰ ਦੇਣਾ। ਉਹ ਆਪਣੇ ਦਾਣਿਆਂ ਨੂੰ ਕਾਲਾ ਕਰਨਾ ਜਾਂ ਹੋਰ ਸਮੱਸਿਆਵਾਂ ਜਿਹੜੀਆਂ ਬਿਮਾਰੀਆਂ ਉਹ ਸਿੱਟੇ ਦੇ ਉੱਤੇ ਫਿਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ। ਆਪਾਂ ਆਮ ਤੌਰ 'ਤੇ ਕੀ ਕਰਦੇ ਹਾਂ, ਜਦੋਂ ਸਿੱਟੇ ਸਾਰੇ ਨਿਕਲੇ ਪਏ ਹੁੰਦੇ ਆ ਉਸ ਟਾਈਮ ਦੇ ਉੱਤੇ ਟਿਲਟ ਦੀ ਸਪਰੇਅ ਕਰਦੇ ਆ। ਉਹ ਥੋੜ੍ਹਾ ਜਿਹਾ ਤਰੀਕਾ ਗਲਤ ਹੈ। ਜਦੋਂ ਆਪਾਂ 20-25% ਸਿੱਟੇ ਨਿਕਲੇ, ਉਹਦਾ ਮਤਲਬ ਹੁੰਦਾ ਆਉਣ ਵਾਲੇ 5-7 ਦਿਨਾਂ ਵਾਸਤੇ ਆਪਾਂ ਇਹਨੂੰ ਪ੍ਰੋਟੈਕਸ਼ਨ ਦੇਣੀ ਆ ਹੁਣ, ਤਾਂ ਕਿ ਆਉਣ ਵਾਲੇ 5-7 ਦਿਨਾਂ ਦੇ ਵਿੱਚ ਸਾਰੀ ਫਸਲ ਆਪਣੀ ਨਿਸਰਨ ਲੱਗੀ ਹੈ। ਸੋ ਉਸ ਟਾਈਮ ਦੇ ਉੱਤੇ ਆਪਾਂ ਇਹਦੀ ਜਿਹੜੀ ਟਿਲਟ ਦੀ ਆਪਾਂ ਇੱਕ ਸਪਰੇਅ ਕਰ ਦੇਣੀ ਹੈ, ਤਾਂ ਜੋ ਜਿਹੜੇ ਸਿੱਟਿਆਂ ਦੇ ਉੱਤੇ ਕਰਨਾਲ ਬੰਟ ਦੀ ਸਮੱਸਿਆ ਜਾਂ ਕਾਂਗਿਆਰੀ ਦੀ ਸਮੱਸਿਆ ਜਾਂ ਹੋਰ ਸਮੱਸਿਆਵਾਂ ਫੰਗਸ ਵਾਲੀਆਂ ਇਹ ਨਾ ਆਉਣ। ਸੋ ਟਿਲਟ ਦਾ ਉਹ ਸਹੀ ਟਾਈਮ ਹੈ। ਦੂਸਰਾ ਜਿਹੜਾ ਇੱਕ ਸਪਰੇਅ ਜਿਹੜੀ ਮੇਨ ਹੁੰਦੀ ਹੈ ਦੇ ਤੇਲੇ ਵਾਸਤੇ ਕਣਕ ਦੇ ਵਿੱਚ, ਉਹ ਆਪਣੀ ਤਕਰੀਬਨ ਇਹੀ ਅੱਧ ਫਰਵਰੀ ਦੇ ਅਰਾਊਂਡ ਹੁੰਦੀ ਹੈ। ਉਹ ਤੇਲੇ ਦੀ ਪਾਪੂਲੇਸ਼ਨ ਦੇਖ ਕੇ ਕਰਨੀ ਹੈ, ਐਕਟਾਰਾ ਸਪਰੇਅ ਉਹਦੇ ਨਾਲ ਹੋ ਜਾਂਦਾ। ਆਹੀ 2 ਸਪਰੇਆਂ ਮੇਜਰ ਆਉਂਦੀਆਂ, ਟਿਲਟ ਤੇ ਐਕਟਾਰਾ। ਟਿਲਟ ਫੰਗਸ ਵਾਸਤੇ, ਐਕਟਾਰਾ ਆਪਾਂ ਤੇਲੇ ਵਾਸਤੇ ਕਰਨੀ ਹੁੰਦੀ ਹੈ। ਜੇ ਤੇਲੇ ਦਾ ਹਾਂਜੀ ਸੁੰਡੀ ਵਾਸਤੇ, ਜੇ ਸੁੰਡੀ ਪੈਂਦੀ ਹੈਗੀ ਹੈ ਉਹਦੇ ਵਾਸਤੇ ਫਿਰ ਆਪਾਂ ਇਹੀ ਜਿਹੜੀਆਂ ਦਵਾਈਆਂ ਹੈਗੀਆਂ ਆਪਣੀਆਂ, ਚਾਹੇ ਪ੍ਰੋਕਲੇਮ ਕਰ ਲਈ, ਪ੍ਰੋਕਲੇਮ ਦੀ ਸਿਫਾਰਿਸ਼ ਨਹੀਂ ਹੈਗੀ, ਚਲੋ ਆਪਾਂ ਇਥਿਓਨ ਵੀ ਕਰ ਸਕਦੇ ਹਾਂ, ਕੋਈ ਦਿੱਕਤ ਨਹੀਂ ਹੈ ਉਹਦੇ ਵਿੱਚ। ਇੱਕ ਹੋਰ ਆਉਂਦੀ ਹੈ ਐਕਲੈਕਸ ਕਰ ਸਕਦੇ ਹਾਂ। ਸੁੰਡੀ ਵਾਸਤੇ, ਸੁੰਡੀ ਦਾ ਮੇਜਰ ਅਟੈਕ ਜਿਹੜਾ ਜੇ ਸਿੱਟਿਆਂ ਦੇ ਟਾਈਮ 'ਤੇ ਆਉਂਦਾ ਪਿਆ ਤਾਂ ਕੋਈ ਵੀ ਇਹ ਜਿਹੜੀਆਂ ਸਪਰੇਆਂ ਸੁੰਡੀ ਵਾਲੀਆਂ ਇਹ ਸਾਰੀਆਂ ਅਸਰ ਕਰਦੀਆਂ। ਇਹ ਕਿਸੇ ਏਰੀਏ ਦੇ ਵਿੱਚ ਦੇਖਣ ਨੂੰ ਮਿਲੂਗੀ ਜਿੱਥੇ ਥੋੜ੍ਹੀ ਜਿਹੀ ਜ਼ਮੀਨ ਦੇ ਵਿੱਚ ਕਿਤੇ ਪਿਊਪਾ ਉਹਦਾ ਪਿਆ ਸੁੰਡੀ ਦਾ, ਸੈਨਿਕ ਸੁੰਡੀ ਦਾ ਜਾਂ ਕੋਈ ਹੋਰ